ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਿਆਂ ਦਾ ਅੱਜ ਦੇ ਨਿਰਭਉ ਨਿਰਵੈਰ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਫਿਰ ਇਸ ਦੇ ਬਾਅਦ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਉਹਨਾਂ ਨੇ ਸੂਰਜ ਪ੍ਰਕਾਸ਼ ਕਈ ਖੰਡਾਂ ਦੇ ਵਿੱਚ ਰਚਿਆ। ਬਹੁਤ ਜ਼ਿਆਦਾ ਸਿੱਖ ਇਤਿਹਾਸਕਾਰ ਸਿੱਖ ਸਾਹਿਤਕਾਰ ਹੋਏ ਜਿਨ੍ਹਾਂ ਨੇ ਸਿੱਖ ਵਿਰਸੇ ਨੂੰ, ਸਾਡੇ ਇਤਿਹਾਸ ਨੂੰ, ਸਾਡੇ ਧਰਮ ਨੂੰ ਉਹ ਇਤਿਹਾਸਕ ਔਰ ਸਾਹਿਤਕ ਲਿਟਰੇਚਰ ਦੇ ਨਾਲ ਮਾਲਾ-ਮਾਲ ਕੀਤਾ। ਪਰ ਦੂਸਰੇ ਪਾਸੇ ਇਹ ਵੀ ਕਹਿਣ ਵਿੱਚ ਕੋਈ ਅਤਕਥਨੀ ਨਹੀਂ, ਕੋਈ ਹੈਰਾਨੀ ਨਹੀਂ ਕਿ ਆਮ ਸਿੱਖ ਦੇ ਵਿੱਚ ਸਾਹਿਤ ਨੂੰ ਪੜ੍ਹਨ ਦੀ, ਸਾਹਿਤ ਦੇ ਵਿੱਚ ਰੁਚੀ ਰੱਖਣ ਦੀ ਉਹ ਬਿਰਤੀ, ਉਹ ਇੱਕ ਜਿਹੜੀ ਆਦਤ ਹੈ ਉਹ ਬਿਲਕੁਲ ਨਾ ਦੇ ਬਰਾਬਰ ਹੋ ਗਈ। ਉਹ ਕਿਤਾਬਾਂ ਸਿਰਫ ਸਾਡੇ ਲਾਇਬ੍ਰੇਰੀਆਂ ਦਾ ਸ਼ਿੰਗਾਰ ਹੋ ਕੇ ਰਹਿ ਜਾਂਦੀਆਂ ਹਨ ਔਰ ਲਾਇਬ੍ਰੇਰੀਆਂ ਦੇ ਵਿੱਚ ਵੀ ਜਦੋਂ ਕੋਈ ਕਿਤਾਬ ਲੈ ਜਾਂਦਾ ਹੈ ਅਵਲ ਤਾਂ ਪੜ੍ਹਦਾ ਨਹੀਂ ਔਰ ਜੇ ਪੜ੍ਹ ਲੈਂਦਾ ਹੈ ਤਾਂ ਵਾਪਸ ਵੀ ਨਹੀਂ ਕਰਦਾ। ਲਾਇਬ੍ਰੇਰੀਆਂ ਅਸੀਂ ਬਣਾਈਆਂ ਜ਼ਰੂਰ ਹਨ ਪਰ ਉਹਨਾਂ ਨੂੰ ਸਾਂਭਿਆ ਨਹੀਂ। ਬਹੁਤ ਹੀ ਅਨਮੋਲ ਖਜ਼ਾਨਾ ਇਹ ਜੋ ਸਿੱਖ ਸਾਹਿਤਕਾਰਾਂ ਨੇ ਸਾਨੂੰ ਦਿੱਤਾ, ਇਹ ਸਾਡਾ ਬਹੁਮੁੱਲੀ ਵਿਰਸਾ ਹੈ। ਪਰ ਇਸ ਦੇ ਨਾਲ ਹੀ ਗੈਰ ਸਿੱਖਾਂ ਨੇ ਵੀ ਬਹੁਤ ਵੱਡੇ ਇਤਿਹਾਸ ਦੀ ਸਿਰਜਣਾ ਕੀਤੀ। ਮੁਗਲਾਂ ਦੇ ਸਮੇਂ, ਮੁਗਲ ਰਾਜ ਦੇ ਵੇਲੇ ਉਹਨਾਂ ਦੇ ਕ੍ਰੋਨਿਕਲਸ, ਉਹਨਾਂ ਦੇ ਨਾਲ ਅਖਬਾਰ ਨਵੀਸ ਹੁੰਦੇ ਸਨ ਜਿਨ੍ਹਾਂ ਨੇ ਨਾਲ ਹੀ ਨਾਲ ਉਹਨਾਂ ਬਾਦਸ਼ਾਹਾਂ ਦਾ ਇਤਿਹਾਸ ਵੀ ਸਿਰਜਿਆ, ਉਹਨਾਂ ਦਾ ਇਤਿਹਾਸ ਵੀ ਲਿਖਿਆ। ਬਾਬੇ ਕੇ ਬਾਬਰ ਕੇ ਦੋ, ਇਹ ਜਿਹੜੀ ਗੁਰੂ ਸਾਹਿਬ ਦਾ ਬਚਨ ਸੀ, ਜੇ ਬਾਬਰ ਆਇਆ ਹੈ ਤਾਂ ਉਸ ਦਾ ਬਾਬਰਨਾਮਾ ਵੀ ਅੰਕਿਤ ਹੈ। ਜੇਕਰ ਜਹਾਂਗੀਰ ਆਇਆ ਹੈ ਤਾਂ ਉਸਨੇ ਵੀ ਆਪਣੀ ਜੀਵਨੀ ਤੁਜ਼ਕੇ ਜਹਾਂਗੀਰੀ ਲਿਖੀ ਹੈ ਜਿਸ ਦੇ ਵਿੱਚ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦਾ ਵਿਸਥਾਰ ਸਹਿਤ ਵਰਣਨ ਵੀ ਕੀਤਾ ਹੈ ਔਰ ਹਰਮੰਦਰ ਸਾਹਿਬ ਦਾ ਜ਼ਿਕਰ ਵੀ ਕੀਤਾ ਹੈ। ਇਸੇ ਤਰੀਕੇ ਦੇ ਨਾਲ ਮੁਆਸਰੇ ਆਲਮਗੀਰੀ ਔਰੰਗਜ਼ੇਬ ਦਾ ਸਮਕਾਲੀਨ ਉਸ ਦਾ ਇਤਿਹਾਸ ਅੰਕਿਤ ਹੈ। ਯਾਨੀ ਮੁੱਦਾ ਇਹ ਹੈ ਕਿ ਬਹੁਤ ਵੱਡਾ ਇਤਿਹਾਸਕਾਰ ਸਮਕਾਲੀਨ ਸਿੱਖਾਂ ਨੇ ਵੀ ਰਚਿਆ ਔਰ ਗੈਰ ਸਿੱਖਾਂ ਨੇ ਵੀ ਰਚਿਆ, ਹਕੂਮਤ ਨੇ ਵੀ ਰਚਿਆ, ਪਰ ਕੁਦਰਤੀ ਤੌਰ ਦੇ ਉੱਤੇ ਇਸ ਵਿੱਚ ਨਜ਼ਰੀਏ ਦਾ ਫਰਕ ਹੋ ਸਕਦਾ ਸੀ। ਹੁਣ ਜਿਹੜੇ ਬੰਦੇ ਬਾਹਰੋਂ ਲਿਖ ਰਹੇ ਹਨ ਉਹਨਾਂ ਦਾ ਨਜ਼ਰੀਆ ਕੁਦਰਤੀ ਤੌਰ ਦੇ ਉੱਤੇ ਸਾਡੇ ਵਰਗਾ ਨਹੀਂ ਹੋ ਸਕਦਾ। ਪਰ ਇਸ ਦੇ ਇਲਾਵਾ ਇੱਕ ਹੋਰ ਸਾਹਿਤ ਦਾ ਅਨਮੋਲ ਖਜ਼ਾਨਾ, ਬਹੁਤ ਵੱਡਾ ਖਜ਼ਾਨਾ ਹੈ, ਉਹ ਹੈ ਰਹਿਤਨਾਮੇ ਜਿਹੜੇ ਗੁਰੂ ਕੇ ਸਿੱਖਾਂ ਨੇ ਰਚੇ। ਹਜ਼ੂਰ ਨੇ ਉਹਨਾਂ ਦੇ ਮੁਖਾਰਬਿੰਦ ਤੋਂ ਜੋ ਜੋ ਹੁਕਮ ਆਉਂਦੇ ਰਹੇ ਉਹ ਰਹਿਤਨਾਮਿਆਂ ਦੇ ਰੂਪ ਵਿੱਚ ਅੰਕਿਤ ਕਰਦੇ ਰਹੇ। ਇਹ ਤਾਂ ਇੱਕ ਇਤਿਹਾਸ ਦਾ, ਸਾਹਿਤ ਦਾ ਇੱਕ ਪੱਖ ਸੀ। ਜਦੋਂ ਅੰਗਰੇਜ਼ ਹਿੰਦੁਸਤਾਨ ਦੇ ਵਿੱਚ ਆਏ ਤਾਂ ਉਸ ਵੇਲੇ ਵੀ ਬਹੁਤ ਵੱਡੇ ਸਾਹਿਤ ਦੀ ਰਚਨਾ ਹੋਈ ਔਰ ਜਿਹੜਾ ਪਹਿਲਾ ਅੰਗਰੇਜ਼ ਸਾਹਿਤਕਾਰ, ਇਤਿਹਾਸਕਾਰ ਜਿਸ ਨੇ ਬਹੁਤ ਹੀ ਨੀਝ ਨਾਲ, ਬਹੁਤ ਨਿੱਠ ਕੇ ਜਿਸ ਨੂੰ ਕਹਿੰਦੇ ਹਨ ਔਰ ਬਹੁਤ ਹੀ ਗੰਭੀਰਤਾ ਦੇ ਨਾਲ ਜਿਸ ਨੇ ਸਿੱਖ ਇਤਿਹਾਸ ਲਿਖਿਆ, ਉਸ ਦਾ ਨਾਮ ਸੀ ਜੋਜ਼ਫ ਡੇਵੀ ਕਨਿੰਗਮ। ਜੋਜ਼ਫ ਡੇਵੀ ਕਨਿੰਗਮ ਦੇ ਬਾਰੇ ਸਿਰਫ ਇਤਨਾ ਹੀ ਕਹਿਣਾ ਬਣਦਾ ਹੈ ਕਿ ਜਿਹੜੇ ਇਤਿਹਾਸ ਦੀ ਕਿਤਾਬ, ਜੋ ਸਿੱਖ ਇਤਿਹਾਸ ਦੀ ਪੁਸਤਕ ਜੋਜ਼ਫ ਡੇਵੀ ਕਨਿੰਗਮ ਨੇ ਲਿਖੀ, ਉਸ ਤੋਂ ਬਾਅਦ ਉਹ ਪਹਿਲਾ ਇਤਿਹਾਸਕਾਰ ਹੈ ਫਿਰੰਗੀ, ਪਹਿਲਾ ਇਤਿਹਾਸਕਾਰ ਹੈ ਅੰਗਰੇਜ਼ ਜਾਂ ਵਿਦੇਸ਼ੀ ਜਿਸ ਨੇ ਸਿੱਖਾਂ ਦੇ ਇਤਿਹਾਸ ਨੂੰ ਇਤਨੇ ਵਿਸਥਾਰ ਸਹਿਤ ਅੰਕਿਤ ਕੀਤਾ ਹੈ। ਔਰ ਉਸ ਦੇ ਬਾਅਦ ਕੋਈ ਵੀ ਕਿਤਾਬ ਇਤਿਹਾਸ ਦੀ, ਕੋਈ ਵੀ ਕਿਤਾਬ, ਭਾਵੇਂ ਉਹ ਸਿੱਖ ਇਤਿਹਾਸਕਾਰ ਹਨ, ਹਿੰਦੂ ਇਤਿਹਾਸਕਾਰ ਹਨ, ਮੁਸਲਮਾਨ ਇਤਿਹਾਸਕਾਰ ਹਨ ਜਾਂ ਅੰਗਰੇਜ਼ ਜਾਂ ਕੋਈ ਵੀ ਇਤਿਹਾਸਕਾਰ ਹੈ, ਕੋਈ ਵੀ ਐਸਾ ਇਤਿਹਾਸ ਦਾ ਲਿਖਾਰੀ ਨਹੀਂ ਹੈ ਜਿਹੜਾ ਜੋਜ਼ਫ ਡੇਵੀ ਕਨਿੰਗਮ ਦੀ ਕਿਤਾਬ ਨੂੰ ਉਸ ਤੋਂ ਓਲੇ ਹੋ ਕੇ, ਉਸ ਨੂੰ ਦਰਕਿਨਾਰ ਕਰਕੇ, ਉਸ ਨੂੰ ਅੱਖੋਂ ਓਲੇ ਕਰਕੇ ਉਹ ਕੁਝ ਵੀ ਲਿਖ ਸਕਦਾ ਹੈ। ਬਲਕਿ ਇੱਥੋਂ ਤੱਕ ਕਿ ਡਾਕਟਰ JS ਗਰੇਵਾਲ
ਜਿਹੜੇ ਕਿ ਇਸ ਵੇਲੇ ਸਮਕਾਲੀਨ ਸਾਡੇ ਬਹੁਤ ਵੱਡੇ ਇਤਿਹਾਸ ਦੇ ਮਾਹਿਰ ਹਨ ਔਰ ਇਤਿਹਾਸ ਦੇ ਬਹੁਤ ਵੱਡੇ ਉਹਨਾਂ ਨੂੰ ਸਕਾਲਰ ਕਿਹਾ ਜਾ ਸਕਦਾ ਹੈ। ਉਹਨਾਂ ਨੇ ਜੋਜ਼ਫ ਡੇਵੀ ਕਨਿੰਗਮ ਦੀ ਕਿਤਾਬ ਦਾ ਬਹੁਤ ਵਿਸਥਾਰ ਸਹਿਤ ਵਿਸ਼ਲੇਸ਼ਣ ਕੀਤਾ ਹੈ ਕਿ ਉਸ ਦੀ ਇਤਿਹਾਸ ਦੀਆਂ ਖਾਸੀਅਤ ਕੀ ਹੈ। ਡਾਕਟਰ ਗਰੇਵਾਲ ਨੇ ਦੱਸਿਆ ਹੈ ਕਿ ਜੋਜ਼ਫ ਡੇਵੀ ਕਨਿੰਗਮ ਦੇ ਇਤਿਹਾਸ ਵਿੱਚ ਇਹ ਪਹਿਲਾ ਇਤਿਹਾਸਕਾਰ ਹੈ ਜਿਸ ਨੇ ਸਿੱਖਾਂ ਦੇ ਨਿਆਰੇਪਨ ਦੀ ਗੱਲ ਕੀਤੀ ਹੈ। ਉਸ ਨੇ ਬਹੁਤ ਹੀ ਸਪਸ਼ਟ ਰੂਪ ਵਿੱਚ ਲਿਖਿਆ ਹੈ ਕਿ ਸਿੱਖ ਹਿੰਦੂ ਔਰ ਮੁਸਲਮਾਨ ਦੋਨਾਂ ਤੋਂ ਵੱਖਰੇ ਹਨ, ਇਹਨਾਂ ਦਾ ਨਿਆਰਾਪਨ ਹੈ। ਦੂਸਰੀ ਗੱਲ ਜਿਹੜੀ ਜੋਜ਼ਫ ਡੇਵੀ ਕਨਿੰਗਮ ਨੇ ਬਹੁਤ ਬਾਖੂਬੀ ਅੰਕਿਤ ਕੀਤੀ ਹੈ, ਉਹ ਕਹਿੰਦਾ ਹੈ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਵਿੱਚ ਕੋਈ ਫਰਕ ਨਹੀਂ ਹੈ, ਨਾ ਤਾਂ ਫਲਸਫੇ ਦੇ ਹਿਸਾਬ ਨਾਲ, ਨਾ ਉਹਨਾਂ ਦੀ ਨਜ਼ਰ ਦੇ ਹਿਸਾਬ ਨਾਲ, ਨਾ ਉਹਨਾਂ ਦੇ ਆਸ਼ੇ ਦੇ ਹਿਸਾਬ ਨਾਲ, ਨਾ ਉਹਨਾਂ ਦੇ ਉਦੇਸ਼ ਦੇ ਹਿਸਾਬ ਨਾਲ। ਇਸ ਤੋਂ ਇਲਾਵਾ ਸਿੱਖ ਮਰਿਆਦਾ, ਅਕਾਲੀ ਕੌਣ ਹਨ, ਨਿਹੰਗ ਸਿੰਘ ਕੌਣ ਹਨ, ਔਰ ਬਹੁਤ ਹੀ ਵਿਸਥਾਰ ਸਹਿਤ ਉਸ ਸਾਰੇ ਇਤਿਹਾਸ ਨੂੰ ਜੋਜ਼ਫ ਡੇਵੀ ਕਨਿੰਗਮ ਨੇ ਅੰਕਿਤ ਕੀਤਾ। ਜੋਜ਼ਫ ਡੇਵੀ ਕਨਿੰਗਮ ਕੌਣ ਸੀ, ਇਹ ਜਾਣਕਾਰੀ ਵੀ ਕਾਫੀ ਦਿਲਚਸਪ ਹੋਏਗੀ। 1812 ਦੇ ਵਿੱਚ ਜਨਮਿਆ, ਸਕਾਟਲੈਂਡ ਦੇ ਵਿੱਚ ਜਨਮਿਆ। ਮਿਸਟਰ ਐਲਨ ਦੇ 2 ਬੇਟੇ ਸਨ, ਵੱਡੇ ਦਾ ਨਾਂ ਜੋਜ਼ਫ ਸੀ ਔਰ ਛੋਟੇ ਦਾ ਨਾਂ ਅਲੈਗਜ਼ੈਂਡਰ ਸੀ। ਜੋਜ਼ਫ, ਇਹਨਾਂ ਦਾ ਬਾਪ ਐਲਨ ਇੱਕ ਬਹੁਤ ਵੱਡਾ ਕਵੀ ਹੈ, ਜਿਹੜਾ ਮਸ਼ਹੂਰ ਕਵੀ ਹੈ। ਜੋਜ਼ਫ ਜਦੋਂ ਵੱਡਾ ਹੋਇਆ ਕਾਫੀ ਇੰਟੈਲੀਜੈਂਟ ਸੀ। ਇਹ ਬ੍ਰਿਟਿਸ਼ ਫੌਜ ਦੇ ਵਿੱਚ ਭਰਤੀ ਹੋ ਗਿਆ। ਹਿੰਦੁਸਤਾਨ ਵਿੱਚ ਇਸ ਦੀ ਡਿਊਟੀ ਲੱਗੀ ਔਰ ਇੱਕ ਕੈਪਟਨ ਦੇ ਅਹੁਦੇ ਤੇ ਸੀ ਔਰ ਇੱਥੇ ਉਹ 8 ਸਾਲ ਰਿਹਾ। ਇਸ 8 ਸਾਲ ਦੇ ਅਹੁਦੇ ਦੇ ਦੌਰਾਨ ਇੱਥੇ ਉਹ ਗਵਰਨਰ ਦੇ ਨਾਲ, ਗਵਰਨਰ ਜਨਰਲ ਦੇ ਨਾਲ ਔਰ ਵੱਖ-ਵੱਖ ਜਿਹੜੀਆਂ ਮੁਹਿੰਮਾਂ ਸੀ ਉਹਨਾਂ ਵਿੱਚ ਇਹ ਸ਼ਾਮਲ ਹੁੰਦਾ ਰਿਹਾ। ਜੇਕਰ ਅਫਗਾਨਿਸਤਾਨ ਦੇ ਅਮੀਰ ਹੈ, ਉਹਨਾਂ ਦੇ ਨਾਲ ਜਾਣਾ ਹੈ, ਲੁਧਿਆਣੇ ਦੇ ਵਿੱਚ ਕਮਿਸ਼ਨਰ ਦੇ ਰੂਪ ਵਿੱਚ, ਫਿਰ ਪੋਲੀਟੀਕਲ ਏਜੰਟ ਦੇ ਰੂਪ ਵਿੱਚ, ਫਿਰੋਜ਼ਪੁਰ ਦੇ ਵਿੱਚ ਉੱਥੇ ਕਿਲੇ ਦੇ ਰੂਪ ਛਾਵਣੀ ਬਣਾਉਣ ਵਿੱਚ, ਇਹ ਸਾਰੇ ਅਹੁਦਿਆਂ ਦੇ ਉੱਤੇ ਹੋ ਰਿਹਾ। ਔਰ ਸਭ ਤੋਂ ਵੱਡੀ ਗੱਲ, ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੁਲਾਕਾਤ ਗਵਰਨਰ ਜਨਰਲ ਨਾਲ ਹੋਈ ਤਾਂ ਇਹ ਵੀ ਉਹਦੇ ਵਿੱਚ ਸ਼ਾਮਲ ਸੀ। ਫਿਰ ਬਾਅਦ ਵਿੱਚ ਇਸ ਨੂੰ ਕਿਹਾ ਗਿਆ ਕਿ ਤੂੰ ਇੱਥੇ ਦੀ ਪੂਰੀ ਰਿਪੋਰਟ ਜਿਹੜੀ ਹੈ ਉਹ ਤਿਆਰ ਕਰ, ਇਹਦੇ ਕੋਲ ਸਾਰੇ ਕੌਨਫੀਡੈਂਸ਼ੀਅਲ ਰਿਕਾਰਡਸ ਔਰ ਜਿਹੜੀਆਂ ਵੀ ਉਹਦੀਆਂ ਰਿਪੋਰਟਾਂ ਸੀ ਉਹ ਇਸ ਦੇ ਕੋਲ ਮੌਜੂਦ ਸਨ। ਜੋਜ਼ਫ ਡੇਵੀ ਕਨਿੰਗਮ ਨੇ ਲੜਾਈ ਦੇ ਵਿੱਚ ਵੀ ਹਿੱਸਾ ਲਿਆ। ਅਲੀਵਾਲ ਔਰ ਬੱਦੋਵਾਲ ਦੀ ਜੰਗ ਦੇ ਵਿੱਚ, ਜਿਹੜੀ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਜਿਸ ਦੇ ਬਾਰੇ ਕਹਿੰਦੇ ਹੈ, ਉਹਦੇ ਵਿੱਚ ਇਹ ਸ਼ਾਮਲ ਵੀ ਸੀ। ਉਸ ਜੰਗ ਵਿੱਚ ਇਹ ਖੁਦ ਵੀ ਸ਼ਾਮਲ ਸੀ। ਉਹ ਸਾਰਾ ਕੁਝ ਇਸਨੇ ਦੇਖਿਆ ਔਰ ਸਾਰਾ ਕੁਝ ਲਿਖਿਆ ਔਰ ਇਸ ਦੇ ਬਾਅਦ ਇਸ ਦੀ ਬਦਲੀ ਭੋਪਾਲ ਦੇ ਵਿੱਚ ਪੋਲੀਟੀਕਲ ਏਜੰਟ ਦੇ ਰੂਪ ਵਿੱਚ ਹੋ ਗਈ। ਜਦੋਂ ਇਸਨੇ ਸਿੱਖ ਇਤਿਹਾਸ 1848 ਦੇ ਵਿੱਚ ਲਿਖਿਆ, ਪਹਿਲੀ ਛਾਪ 1848 ਵਿੱਚ ਜੋਜ਼ਫ ਡੇਵੀ ਕਨਿੰਗਮ ਦੀ ਕਿਤਾਬ ਛਪੀ ਔਰ ਉਸ ਦੇ ਵਿੱਚ ਉਸਨੇ ਬੜੀ ਬੇਬਾਕੀ ਦੇ ਨਾਲ ਇਹ ਲਿਖਿਆ ਕਿ ਅੰਗਰੇਜ਼ ਲੜਾਈ ਜਿੱਤੇ ਨਹੀਂ, ਬਲਕਿ ਧੋਖੇ ਦੇ ਨਾਲ ਲਾਲ ਸਿੰਘ, ਤੇਜ ਸਿੰਘ, ਗੁਲਾਬ ਸਿੰਘ ਡੋਗਰਿਆਂ ਦੀ ਗਦਾਰੀ ਦੇ ਕਰਕੇ ਅੰਗਰੇਜ਼ਾਂ ਨੇ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ। ਉਹਦੇ ਕਰਕੇ ਇਹ ਲੜਾਈ ਜਿੱਤ ਗਏ, ਨਹੀਂ ਤਾਂ ਅੰਗਰੇਜ਼ ਹਾਰ ਚੁੱਕੇ ਸੀ। ਇਹ ਜਦੋਂ ਇਸ ਤਰ੍ਹਾਂ ਦੀ ਉਸਨੇ ਇਬਾਰਤ ਲਿਖੀ, ਇਹ ਤਾਂ ਇਸੇ ਤਰ੍ਹਾਂ ਹੋ ਗਿਆ ਜੇ ਕੋਈ ਕਵੇ ਕਿ ਬਲੂ ਸਟਾਰ ਦੇ ਸਾਕੇ ਦਾ ਵਰਣਨ ਕੋਈ ਜਨਰਲ ਕਰੇ ਔਰ ਉਹਦੇ ਵਿੱਚ ਉਹ ਸਾਰੇ ਤੱਥ ਉਹ ਜ਼ਾਹਿਰ ਕਰ ਦੇਵੇ ਜਿਹੜੇ ਕਿ ਹਕੂਮਤ ਨੂੰ ਚੰਗੇ ਨਾ ਲੱਗਣ। ਹਕੂਮਤ ਨੂੰ ਉਹ ਗੱਲ ਚੰਗੀ ਨਾ ਲੱਗੀ ਔਰ ਵੈਰਨ ਹੈਸਟਿੰਗਸ ਨੇ ਇਸ ਨੂੰ ਡਿਸਮਿਸ ਕਰ ਦਿੱਤਾ ਜਦੋਂ ਇਹ ਮੇਰਠ ਦੇ ਵਿੱਚ ਪੋਸਟਡ ਸੀ। ਔਰ ਉਸ ਸਦਮੇ ਨੂੰ, ਹਾਲਾਂ ਇਸ ਦੀ ਉਮਰ ਸਿਰਫ 40 ਸਾਲ ਸੀ, ਉਹ ਸਿੱਖ ਇਤਿਹਾਸ ਲਿਖਣ ਕਰਕੇ ਇਸ ਦੀ ਇਹਦੋਂ ਹਾਰਟ ਫੇਲ ਹੋ ਗਿਆ ਔਰ ਦਿਲ ਦਾ ਦੌਰਾ ਪੈਣ ਨਾਲ ਇਸ ਦੀ ਮੌਤ ਹੋ ਗਈ। ਸੋ ਮੁਖਤਸਰ ਇਹ ਹੈ ਕਿ ਸਿੱਖ ਇਤਿਹਾਸ ਲਿਖਣ ਕਰਕੇ, ਸਿੱਖ ਇਤਿਹਾਸ ਕਰਕੇ ਇਸ ਨੂੰ ਆਪਣੀ ਜਾਨ ਦੀ ਬਲੀ ਦੇਣੀ ਪਈ। ਜਿਵੇਂ ਤੁਹਾਨੂੰ ਦੱਸ ਰਹੇ ਸੀ,
अगर सिख इतिहास की कोई सब तो अहम पुस्तक है जिसनों किसी इतिहासकार ने उसनों दरकिनार करन या उसनों इग्नोर करन दी कदी भी हिम्मत नहीं की, वो है जोसेफ डेवी कनिंगम की वो किताब जिहड़ी कि जिस दी वजह करके उसनों अपनी जान की आहुति भी देनी पई। वो किताब श्रोमणी गुरुद्वारा प्रबंधक कमेटी ने जदों खालसे की सिरजना का 300 साला मनाया जा रहा सी तां उन्होंने निर्णय किया कि 300 पुस्तकां जिहड़ियां स्रोत पुस्तकां हन, जिन्हां सोर्स बुक्स हन, वो ताकि रिसर्च स्कॉलर्स लई आने वाले समय लई वो पुस्तकां जारी कीतियां जाण, जिन्हां विच काफ़ी पुराणियां किताबां दे विच ਇਹ भी पुस्तक सी और चौके ये मूल रूप विच अंग्रेजी विच सी। ਇਹਦਾ तर्जमा श्रोमणी गुरुद्वारा प्रबंधक कमेटी ने किया। तर्जमा करन वाला जो है वो उसका हू बहू तर्जमा कर सकता है, ਉਹਦੇ ਵਿੱਚ ਆਪਣੇ ਵੱਲੋਂ ना कुछ ऐड कर सकता है ना डिलीट कर सकता है। वो ਜਿਹੜਾ तर्जमा किया गया पर उसदे विच कोई भी ऐसी किताब नहीं होंदी जिहदे च कोई ना कोई ऐसे लफ्ज़ होण, पर उसदे उत्ते इतना वड्डा बावेला बना के उसनू पेश कर दिता गया। और श्रोमणी गुरुद्वारा प्रबंधक कमेटी का अपना स्टैंड भी शायद उस हवा दे बुल्ले विच कुछ लड़खड़ांदा नज़र आया। वो किताब जिहड़ी सी रोक दिती गई। साडे नाल श्रोमणी गुरुद्वारा प्रबंधक कमेटी के प्रधान जथेदार अवतार सिंह जी वो साडे नाल लाइन ते हन और इस दे बारे उन्हां नाल गल करांगे। प्रधान साहब, वाहिगुरू जी का खालसा, वाहिगुरू जी की फतेह। वाहिगुरू जी की फतेह जी फतेह। प्रधान साहब, जिन्नियां भी कोई भी पुस्तकां हुंदियां, जे भावें असी सूरज प्रकाश लै लीए, पंथ प्रकाश लै लीए, जन्म साखियां लै लीए, महिमा प्रकाश लै लीए, हू बहू उन्हां सारियां नूं नहीं असी पेश कर सकते। विचों कुछ ना कुछ जिहड़े है वो नोट देने पैंदे है। जिवें तुसी हुण एक बड़ा वड्डा प्रोजेक्ट शुरू कीता है सूरज प्रकाश का, भाई साहब भाई संतोख सिंह जी का, डॉक्टर कृपाल सिंह जी उहदा कर रहे हैं, वो फुट नोट्स के नाल बना के दोबारा छाप रहे हो, कुछ पोथियां छप गई। इस किताब का रोला क्यों पिया है? जेकर ये ट्रांसलेशन है, ये उहदा तर्जमा है, ना कि तुसी इसनूं छापिया या तुसी लिखवाया, ये क्यों रोला पै गया? देखो, मैं तो ये समझदा भी कुछ लोगों ने, स्वार्थी लोगों ने इस मसले नूं सिर्फ श्रोमणी गुरुद्वारा प्रबंधक कमेटी नूं बदनाम करन लई जी ਇਹਦਾ ਵਾਵਰੇਲਾ ਜਿਹੜਾ ਇਹ 2007 ਦੇ ਵਿੱਚ ਸ਼ੁਰੂ ਕੀਤਾ ਸੀ ਜੀ। ਔਰ 2007 ਦੇ ਵਿੱਚ ਕਿਉਂਕਿ ਇਹ ਕਿਤਾਬ ਦਾ ਜਿਹੜਾ ਅਨੁਵਾਦ ਹੈ ਹਿੰਦੀ 'ਚ ਜੀ ਇਹ 1998 ਵਿੱਚ ਛਪਿਆ ਸੀ ਜੀ। ਉਦੋਂ ਦੇ ਪ੍ਰਧਾਨ ਸਾਹਿਬਾਂ ਨੇ ਅਰਜ਼ ਕੀਤਾ ਸੀ, ਕਿਉਂਕਿ ਜਿਵੇਂ ਤੁਸੀਂ ਪਹਿਲਾਂ ਦੱਸਿਆ ਕਿ ਖਾਲਸੇ ਦੀ 30ਵੀਂ ਸ਼ਤਾਬਦੀ ਮਨਾਈ ਜਾ ਰਹੀ ਸੀ ਖਾਲਸਾ ਦੇ ਸਥਾਪਨਾ ਦਿਵਸ ਦੀ ਜੀ। ਔਰ ਉਹਦੇ ਸੰਬੰਧ ਵਿੱਚ ਇਹਨਾਂ ਨੇ 300 ਕਾਪੀ ਛਾਪਣੀ ਕੀਤੀ ਹਿੰਦੀ ਦੇ ਵਿੱਚ ਜੀ। ਉਹ ਛਪ ਗਈ। ਛਾਪਣ ਤੋਂ ਬਾਅਦ ਇਹ 99 ਵੀ ਲੰਘ ਗਿਆ, 2000 ਵੀ ਲੰਘ ਗਿਆ, 1 2 3 4 5 ਵੀ ਲੰਘ ਗਿਆ ਜੀ। 6 ਤੇ 7 ਦੇ ਵਿੱਚ ਇਹ ਕਿਸੇ ਅਖਬਾਰ ਨੇ ਜਾ ਕੇ ਜੀ ਇਹਦੇ ਬਾਰੇ ਆਪਣੇ ਆਪ ਨੂੰ ਮੈਂ ਸਮਝਦਾ ਕਿ ਆਪਣੀ ਅਮੀਅਤ ਵਧਾਉਣ ਲਈ ਜੀ ਇਹ ਸਿੱਖ ਪਾਸੇ ਵਿੱਚ ਬਖੇੜਾ ਖੜਾ ਕਰਨ ਲਈ ਉਹਨੇ ਇਹਦੇ ਬਾਰੇ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕਰਨ ਲਈ ਇਹਦੇ ਬਾਰੇ ਅਖਬਾਰਾਂ ਦੇ ਵਿੱਚ ਛਾਪ ਦਿੱਤਾ ਜੀ। ਉਸ ਤੋਂ ਬਾਅਦ ਉਸ ਸਮੇਂ ਦੀ ਜਿਹੜੀ ਦਿੱਲੀ ਕਮੇਟੀ ਸੀਗੀ ਉਹ ਵੀ ਕਿਉਂਕਿ ਪੰਥ ਦੀਆਂ ਬੰਦੇਰੀਆਂ ਜਿਹੜੀਆਂ ਪੰਥ ਵੀ ਫੁੱਟ ਪਾਉਂਦੀਆਂ ਸੇਵਾਵਾਂ ਕਰ ਰਹੀ ਸੀ, ਉਹਨੇ ਵੀ ਇਸ ਗੱਲ ਨੂੰ ਚੁੱਕ ਕੇ ਉਹਨੇ ਵੀ ਅਖਬਾਰਾਂ ਦੇ ਵਿੱਚ ਇਹਦਾ ਜਿਹੜਾ ਸਾਰਾ ਸੀ ਉਹ ਇੱਕਦਮ ਵਾਵਰੇਲਾ ਖੜਾ ਕਰਤਾ। ਮੈਂ ਸਮਝਦਾ ਦੇਖੋ, ਮੈਂ ਪਹਿਲੀ ਵਾਰ 2004 ਦੇ ਵਿੱਚ ਮੈਂਬਰ ਬਣਿਆ। 23 ਨਵੰਬਰ 2005 ਨੂੰ ਮੈਨੂੰ 1 ਸਾਲ ਹੋਇਆ ਸੀ ਮੈਂਬਰ ਬਣਿਆ। ਮੈਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਸੇਵਾ ਪ੍ਰਾਪਤ ਹੋਈ ਸਤਿਗੁਰੂ ਕਿਰਪਾ ਨਾਲ। ਔਰ ਮੈਂ ਕੋਈ ਇੱਕ ਕਿਤਾਬ ਪੜ੍ਹੀ ਤਾਂ ਹੈ ਨਹੀਂ ਸੀ, ਲੇਕਿਨ ਮੈਨੂੰ ਇਹ ਪਤਾ ਹੈ ਕਿ ਅੱਜ ਮੈਂ ਕਹਿ ਸਕਦਾ ਕਿ ਇਹ ਇੱਕ ਇਤਿਹਾਸ ਦਾ ਬੜਾ ਵੱਡਾ ਸਰੋਤ ਹੈ ਕਨਿੰਗਮ ਦੀ ਕਿਤਾਬ ਜਿਹੜੀ ਹੈ। ਔਰ ਅਸੀਂ ਉਦੋਂ ਕਿਉਂਕਿ ਇੰਨਾ ਕੁ ਵਾਵਰੇ ਦਾ ਖੜਾ ਕਰਤਾ ਇਹਨਾਂ ਲੋਕਾਂ ਨੇ, ਪੰਥ ਦੁਖੀ ਲੋਕਾਂ ਨੇ, ਕਿ ਅਸੀਂ ਫੌਜੀ ਤੌਰ ਤੇ ਉਹਦੀ ਕਮੇਟੀ ਬਣਾਈ, 5 ਮੈਂਬਰੀ ਕਮੇਟੀ ਬਣਾ ਕੇ ਉਹਨਾਂ ਦੇ ਦੇਖਿਆ ਤੇ ਅਸੀਂ ਜਨਰਲ ਹਾਊਸ ਦੇ ਵਿੱਚ ਜਿਹੜਾ ਇਹਨੂੰ ਅਸੀਂ ਕਿਤਾਬ ਨੂੰ ਵਾਪਸ ਲੈ ਲਿਆ। ਕਿਉਂਕਿ ਮੈਂ ਸਮਝਦਾ ਅੱਜ ਮੈਂ ਕਹਿ ਸਕਦਾ ਕਿ ਉਹ ਕਿਤਾਬ ਦੇ ਜਦੋਂ ਉਹਦਾ ਅਨੁਵਾਦ ਕੀਤਾ ਗਿਆ ਸੀ
ਉਹਦੇ ਵਿੱਚ ਉਹਦਾ ਫੋਟੋ ਨੋਟ ਦਿੱਤਾ ਜਾਣਾ ਚਾਹੀਦਾ ਸੀ ਜੀ ਜੀ ਕਿਉਂਕਿ ਉਹਦੇ ਵਿੱਚ ਜਿਹੜਾ ਅਨੁਵਾਦ ਕੀਤਾ ਗਿਆ ਉਸ 'ਚ ਲਿਖਿਆ ਨਹੀਂ ਗਿਆ ਇਹਦਾ ਰਾਈਟਰ ਕੌਣ ਹੈ ਜੀ ਜੀ ਔਰ ਉਹ ਫੋਟੋ ਨੋਟ ਦਿੱਤਾ ਜਾਣਾ ਚਾਹੀਦਾ ਸੀ ਵੀ ਇਹ ਕਿਤਾਬ ਜਿਹੜੀ ਹੈ ਇਹ ਕਨਿੰਗਮ ਦੀ ਹੈ ਔਰ ਜੋ ਕੁਛ ਇਹਦੇ ਵਿੱਚ ਲਿਖਿਆ ਉਹ ਕਨਿੰਗਮ ਦਾ ਜਿਹੜੀਆਂ ਸਰੋਤ ਬੁੱਕਸ ਹੁੰਦੀਆਂ ਉਹਦੀ ਜੋ ਓਰੀਜਨੈਲਿਟੀ ਹੁੰਦੀ ਹੈ ਉਹਦੇ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾ ਸਕਦੀ ਮੈਂ ਸਮਝਦਾ ਇਸ ਗੱਲ ਨੂੰ ਜੀ ਉਹ ਰਾਈਟਰ ਦੀ ਪੱਖ ਤੋਂ ਆਪਣੇ ਮੁਤਾਬਕ ਉਹਨੇ ਉਹ ਇਤਿਹਾਸ ਨੂੰ ਲਿਖਿਆ ਹੁੰਦਾ ਔਰ ਜਿਹੜਾ ਇਤਿਹਾਸ ਅੱਗੋਂ ਰੀਰਾਈਟ ਹੁੰਦਾ ਚਾਹੇ ਦੀ ਕੋਈ ਵਰਸ਼ਨ ਹੁੰਦੀ ਹੈ ਜਾਂ ਇਹਦਾ ਅਨੁਵਾਦ ਹੁੰਦਾ ਉਹ ਜਿਹੜਾ ਉਹਦਾ ਅਨੁਵਾਦ ਕਰ ਰਿਹਾ ਹੁੰਦਾ ਕਿ ਉਹਦੇ ਮੁਤਾਬਕ ਹੁੰਦਾ ਔਰ ਲੇਕਿਨ ਜਦੋਂ ਅਨੁਵਾਦ ਕਰਦਾ ਉਹਦੇ ਵਿੱਚ ਉਹ ਜਿਹੜੀ ਓਰੀਜਨੈਲਿਟੀ ਹੁੰਦੀ ਹੈ ਇਤਿਹਾਸ ਦੀ ਜਿਸ ਰਾਈਟਰ ਦੀ ਉਹਦੇ ਵਿੱਚ ਕੋਈ ਤਬਦੀਲੀ ਨਹੀਂ ਕਰ ਸਕਦਾ ਹਾਂਜੀ ਕਿਸੇ ਅੱਖਾਂ ਨੂੰ ਇੱਧਰ ਉੱਧਰ ਨਹੀਂ ਕਰ ਸਕਦਾ ਲੇਕਿਨ ਸਿੰਪਲ ਚਾਹੀਦਾ ਤਾਂ ਇਹ ਸੀ ਕਿ ਫੋਟੋ ਨੋਟ ਦਿੱਤਾ ਜਾਂਦਾ ਇੱਕ ਨਹੀਂ ਗੱਲ ਨਹੀਂ ਸੀ ਸ਼੍ਰੋਮਣੀ ਕਮੇਟੀ ਦਾ ਇੰਨਾ ਕਸੂਰ ਹੈ ਕਿ ਉਹ ਫੋਟੋ ਨੋਟ ਨਹੀਂ ਦਿੱਤਾ ਤੇ ਜਿਹੜੇ ਇਹ ਪੰਥ ਦੋਖੀ ਸੀ ਇਹਨਾਂ ਨੂੰ ਮੌਕਾ ਮਿਲ ਗਿਆ ਸ਼੍ਰੋਮਣੀ ਕਮੇਟੀ ਵਰਗੀ ਸੰਸਥਾ ਨੂੰ ਬਦਨਾਮ ਕਰਨ ਦਾ ਬਲਕਿ ਉਸ ਨੂੰ ਬਦਨਾਮ ਸ਼੍ਰੋਮਣੀ ਕਮੇਟੀ ਨੂੰ ਇਹ ਨਹੀਂ ਕਰਨ ਦਾ ਯਤਨ ਕੀਤਾ ਉਹਨਾਂ ਨੇ ਜਦੋਂ ਮੈਂ ਅਜੇ ਨਵਾਂ ਹੀ ਪ੍ਰਧਾਨ ਬਣਿਆ ਸੀ ਮੇਰੇ ਤੋਂ ਅਸਤੀਫਾ ਦੇ ਦਿਓ ਜੀ ਇਹ ਜ਼ਿੰਮੇਵਾਰ ਹੈ ਜੀ ਇਹ ਫਲਾਣਾ ਹੈ ਜੀ ਇਹ ਟਿਮਕੜਾ ਜੀ ਪਰਸਨਲ ਅਟੈਕ ਕਿਸੇ ਦੇ ਕਰੀਦਾ ਇਸ ਤਰ੍ਹਾਂ ਦਾ ਮਾਹੌਲ ਉਹਨਾਂ ਨੇ ਪੈਦਾ ਕੀਤਾ ਅੱਛਾ ਪ੍ਰਧਾਨ ਸਮਝਿਆ ਕਿ ਜਦ ਇਹ ਗੱਲ ਮੁੱਕ ਚੁੱਕੀ ਹੈ ਕਿ ਉਹ ਕਿਤਾਬ ਕਨਿੰਗਮ ਦੀ ਸੀ ਔਰ ਰੈਫਰੈਂਸ ਬੁੱਕ ਹੈਗੀ ਹੈ ਔਰ ਮੈਂ ਇਹ ਵੀ ਸਮਝਦਾ ਕਿ ਕਨਿੰਗਮ ਨੇ ਜਿਹੜਾ ਇਤਿਹਾਸ ਲਿਖਿਆ ਉਹਦੇ ਪਿੱਛੇ ਉਹਨੂੰ ਬੜੀ ਵੱਡੀ ਕੁਰਬਾਨੀ ਦੇਣੀ ਪਈ ਹੈ ਔਰ ਉਹਨੂੰ ਸਿੱਖ ਇਤਿਹਾਸਕਾਰ ਵਜੋਂ ਵੀ ਜਾਣਿਆ ਜਾਂਦਾ ਹੈ ਲੇਕਿਨ ਫਿਰ ਵੀ ਅੱਜ ਫਿਰ ਇੱਕ ਚੈਨਲ ਨੇ ਜਿਹੜਾ ਆਪਣੇ ਆਪ ਨੂੰ ਬੜਾ ਵੱਡਾ ਚੈਨਲ ਸਮਝਦਾ ਉਹ ਚੈਨਲ ਨੇ ਇੱਕ ਭਾਈ ਬਲਦੇਵ ਸਿੰਘ ਨਾਲ ਦੇ ਬੰਦੇ ਨੂੰ ਬੁਲਾ ਕੇ ਉਹਦੀ ਇੰਟਰਵਿਊ ਲੈ ਕੇ ਅੱਜ 5-6 ਸਾਲ ਬਾਅਦ ਉਹਨੂੰ YouTube ਤੇ ਪਾਤਾ ਔਰ ਫਿਰ ਬਾਬਰੇ ਦਾ ਖੜਾ ਕਰ ਦਿੱਤਾ ਸਮਝਦਾ ਇਹ ਬਿਲਕੁਲ ਇਹ ਬਾਬਰੇ ਦਾ ਸਿਰਫ ਪੰਜ ਲੋਕੀਆਂ ਵੱਲੋਂ ਪੰਥ ਦੀ ਇਸ ਵੱਡੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੂੰ ਜਿਹਦੇ ਉਹ ਕਈ ਮੈਂਬਰ ਪਿੰਡ ਦੇ ਮੈਂਬਰ ਵੀ ਨਹੀਂ ਬਣ ਸਕਦੇ ਪੰਚਾਇਤ ਦੇ ਉਹਨੂੰ ਬਦਨਾਮ ਕਰਨ ਲਈ ਔਰ ਉਹਦੇ ਨਾਂ ਨੂੰ ਢਾਲਣ ਲਈ ਸਿੱਖਾਂ ਦੇ ਵਿੱਚ ਇੱਕ ਭੁਲੇਖਾ ਪੈਦਾ ਕਰਨ ਲਈ ਔਰ ਮੈਂ ਸਮਝਦਾ ਕਿ ਸਿੱਖ ਲੀਡਰਸ਼ਿਪ ਨੂੰ ਬਦਨਾਮ ਕਰਨ ਲਈ ਚਾਹੇ ਸਾਈਂ ਸਾਹਿਬ ਨੇ ਚਾਹੇ ਸਿੱਖ ਲੀਡਰਸ਼ਿਪ ਹੈ ਬਾਦਲ ਸਾਹਿਬ ਵਰਗੇ ਨੇ ਚਾਹੇ ਸ਼੍ਰੋਮਣੀ ਕਮੇਟੀ ਹੈ ਉਹਨੂੰ ਬਦਨਾਮ ਕਰਨ ਲਈ ਇਹ ਜਿਹੜਾ ਚੈਨਲ ਜਿਹੜਾ ਇਹਨੇ ਇਸ ਬੰਦੇ ਨੂੰ ਵਰਤਿਆ ਔਰ ਵਰਤ ਕੇ ਇਹਨੇ ਸਿੱਖਾਂ ਦੇ ਵਿੱਚ ਬਦਨਾਮੀ ਦਾ ਇਹ ਬਾਇਸ ਬਣਿਆ ਕੌਮ ਲਈ ਬਦਨਾਮੀ ਦਾ ਬਾਇਸ ਬਣਿਆ ਇਹਦੀ ਵੱਡੀ ਸੰਸਥਾ ਜਿਹੜੀ ਮਹਾਨ ਸ਼ਹੀਦੀਆਂ ਤੋਂ ਬਾਅਦ ਬਣੀ ਹੈ ਉਹਨੂੰ ਬਦਨਾਮ ਕਰਨ ਦਾ ਬਾਇਸ ਬਣਿਆ ਖਾਨ ਸਾਹਿਬ ਇਹਦੇ 'ਚ ਇੱਕ ਛੋਟਾ ਜਿਹਾ ਸਵਾਲ ਹੈ ਕਿ ਇਹ ਕਿਤਾਬ 1848 ਵਿੱਚ ਜੋਜ਼ਫ ਡੇਵੀ ਕਨਿੰਗਮ ਨੇ ਖੁਦ ਛਪਵਾਈ ਔਰ 2 ਸਾਲਾਂ ਦੇ ਬਾਅਦ ਉਹਦਾ ਦੂਜਾ ਐਡੀਸ਼ਨ ਵੀ ਆਇਆ ਔਰ ਉਸ ਦੇ ਬਾਅਦ ਅੱਜ ਤੱਕ ਘੱਟੋ ਘੱਟ ਇਹਦੀਆਂ 500 ਵੱਖਰੇ ਪਬਲਿਸ਼ਰਸ ਜਿਹੜੇ ਸਤਿਕਾਰਤ ਹੈਗੇ ਆ ਉਹਨਾਂ ਨੇ ਛਾਪੇ ਜਿਨ੍ਹਾਂ ਵਿੱਚ ਸਰਦਾਰ ਪਤਵੰਤ ਸਿੰਘ ਵਰਗੇ ਵੀ ਹੈ ਔਰ ਡਾਕਟਰ ਸੰਗਤ ਸਿੰਘ ਨੇ ਜਿਹੜੀ ਆਪਣੀ ਸਿੱਖ ਇਤਿਹਾਸ ਦੀ ਕਿਤਾਬ ਲਿਖੀ ਉਹਨਾਂ ਨੇ ਡੇਵਿਡ ਕਨਿੰਗਮ ਨੂੰ ਉਹਨਾਂ ਨੇ ਸਮਰਪਿਤ ਕੀਤੀ ਖੁਸ਼ਵੰਤ ਸਿੰਘ ਤੋਂ ਲੈ ਕੇ ਹਰ ਇਤਿਹਾਸਕਾਰ ਭਾਈ ਰਣਧੀਰ ਸਿੰਘ ਜੀ ਨੇ ਵੀ ਇਸ ਕਿਤਾਬ ਦੇ ਹਵਾਲੇ ਦਿੱਤੇ ਹੈ ਤੇ ਇਹ ਕਿਤਾਬ 1848 ਵਿੱਚ ਲਿਖੀ ਗਈ ਪਰ ਹੁਣ ਉਹ ਕੁਝ ਲੋਕ ਇਹ ਕਹਿ ਰਹੇ ਹੈ ਕਿ ਇਹ ਆਰਐਸਐਸ ਨੇ 2000 ਦੇ ਵਿੱਚ ਇਹ ਕਿਤਾਬ ਲਿਖਵਾਈ ਹੈ ਇਹਦਾ ਲਿਖਾਰੀ ਆਰਐਸਐਸ ਹੈ ਇਹਦੇ ਬਾਰੇ ਤੁਸੀਂ ਕੀ ਕਹੋਗੇ ਉਹਨਾਂ ਲੋਕਾਂ ਦੇ ਮੂੰਹ 'ਚ ਇਹ ਗੱਲ ਪਾ ਕੇ ਐਡੀ ਵੱਡੀ ਚੁਣੌਤੀ ਦੇਣੀ ਐਡੇ ਵੱਡੇ ਇਤਿਹਾਸਕਾਰ ਨੂੰ ਚੁਣੌਤੀ ਦੇਣੀ ਐਡੀ ਵੱਡੀ ਸੰਸਥਾ ਨੂੰ ਬਦਨਾਮ ਕਰਨਾ ਮੈਂ ਸਮਝਦਾ ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ ਇਹ ਸੰਸਾਰ ਮੈਂ ਇੱਕੋ ਹੀ ਗੱਲ ਕਹੀ ਹੈ ਕਿ ਜੇ ਕਨਿੰਗਮ ਦੀ ਕਿਤਾਬ ਇੰਨੀ ਛਪੀ ਹੈ ਜੇ ਕਨਿੰਗਮ ਨੇ ਆਪਣੀ ਵਰਸ਼ਨ ਦੇ ਵਿੱਚ ਕਿਸ ਤਰ੍ਹਾਂ ਕੋਈ ਇਸ ਤਰ੍ਹਾਂ ਦੇ ਲਫ਼ਜ਼ ਲਿਖੇ ਨੇ ਤੇ ਅੱਜ ਤੱਕ ਕਨਿੰਗਮ ਨੂੰ ਚੈਲੰਜ ਕਿਉਂ ਨਹੀਂ ਕੀਤਾ ਗਿਆ ਸਾਡੇ ਇਤਿਹਾਸਕਾਰਾਂ ਨੇ ਉਹਨਾਂ ਨੂੰ ਸਰੋਤ ਕਿਉਂ ਮੰਨਿਆ ਜੇ ਸਰਦਾਰ ਸੰਗਤ ਸਿੰਘ ਨੇ ਉਸ ਸਰੋਤ ਨੂੰ ਮੰਨ ਕੇ ਇਤਿਹਾਸ ਆਪਣੇ ਇਤਿਹਾਸ ਦੀ ਕਿਤਾਬ ਲਿਖੀ ਹੈ ਤੇ ਮੈਂ ਸਮਝਦਾ ਵੀ ਉਹ ਜਿਹੜੇ ਸੰਗਤ ਸਿੰਘ ਦਾ ਇਤਿਹਾਸ ਛਾਪਦੇ ਨੇ ਜਿਹੜੇ ਅਖਬਾਰ ਵਾਲੇ ਉਹਨੇ ਇਸ ਕਨਿੰਗਮ ਦੀ ਕਿਤਾਬ ਦਾ ਰੈਫਰੈਂਸ ਦੇ ਕੇ ਇਸ ਕਿਤਾਬ ਨੂੰ ਬਦਨਾਮ ਕਰਨਾ ਕਿਉਂ ਕੀਤਾ ਇਹ ਆਰਐਸਐਸ ਦੇ ਖਾਉਂਦਾ ਫਿਰਦਾ ਮੈਨੂੰ 8ਵਾਂ ਸਾਲ ਜਾ ਰਿਹਾ ਮੈਂ ਅੱਜ ਤੱਕ ਆਰਐਸਐਸ ਵਾਲੇ ਦੀ ਸ਼ਕਲ ਨਹੀਂ ਵੇਖੀ ਕਿਸੇ ਅਧਿਕਾਰੀ ਦੀ ਇਹ ਜਿਹੜੀ ਗੱਲ ਹੈ ਸਿਰਫ ਇਹ ਕਹਿ ਦੇਣਗੇ ਵੀ ਆਰਐਸਐਸ ਲਿਖਾ ਰਿਹਾ ਇਹ ਮੈਂ ਸਮਝਦਾ
बहुत ਵੱਡੀ हाँ जी। बड़ी भारी सोच है हाँ जी। और मैं समझदा बहुत छोटी सोच है कि ਜਿਹੜਾ ਸਿੱਖ ਲੀਡਰਸ਼ਿਪ ਨੂੰ ਜਿਹੜਾ ਉਹ ਇਸ ਤਰ੍ਹਾਂ ਦੇ ਝੂਠੇ ਇਲਜ਼ਾਮ ਲਾ ਕੇ ਬੇਬੁਨਿਆਦ ਇਲਜ਼ਾਮ ਲਾ ਕੇ ਜਿਹਨਾਂ ਦਾ ਕੋਈ ਵਜਨ ਨਹੀਂ, ਜਿਹਨਾਂ ਦਾ ਕੋਈ ਸਬੂਤ हाँ ਨਹੀਂ, जी। ਜਿਹਨੂੰ ਐਸਟੈਬਲਿਸ਼ ਨਹੀਂ ਕਰ ਸਕਦੇ, जी। ਉਹਨਾਂ ਨੂੰ ਆਰਐਸਐਸ ਦਾ ਨਾਂ ਦੇ ਕੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ। ਪ੍ਰਧਾਨ ਸਾਹਿਬ ਤੁਸੀਂ 1 ਮਿੰਟ ਲਾਈਨ ਤੇ ਰਹਿਣਾ, ਛੋਟੇ ਜਿਹੇ ਵਕਫੇ ਦੇ ਬਾਅਦ ਤੁਹਾਨੂੰ ਫਤਿਹ ਬੁਲਾਉਂਦੇ ਆ, ਪਰ ਇੱਕ ਤੁਹਾਡੇ ਨਾਲ ਇੱਕ ਅਖੀਰਲੀ ਗੱਲ ਕਰਾਂਗੇ ਇੱਕ ਛੋਟੇ ਜਿਹੇ ਵਕਫੇ ਦੇ ਬਾਅਦ, ਤੁਸੀਂ ਲਾਈਨ ਤੇ ਬਣੇ ਰਹੋ। ਜੋਸਫ ਡੇਵੀ ਕਨਿੰਗਮ ਦੀ ਹਿਸਟਰੀ ਆਫ ਦਾ ਸਿੱਖਸ ਕਿਤਾਬ, ਜਿਸ ਦਾ ਅਨੁਵਾਦ ਸਰੋਤ ਪੁਸਤਕ ਦੇ ਰੂਪ ਵਿੱਚ ਉਸ ਲੜੀ ਦੇ ਵਿੱਚ ਜਿਹੜੀਆਂ 300 ਪੁਸਤਕਾਂ ਖਾਲਸੇ ਦੇ 300 ਸਾਲਾ ਸਿਰਜਣਾ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹ ਜਿਹੜੀ ਲੜੀ ਦੇ ਵਿੱਚ ਛਾਪੀ ਸੀ, ਉਸ ਦੇ ਉੱਤੇ ਪਤਾ ਨਹੀਂ ਜਾਂ ਧਿਆਨ ਨਹੀਂ ਦਿੱਤਾ ਜਾਂ ਕਿਸ ਤਰ੍ਹਾਂ ਹੋਇਆ, ਪਰ ਉਹਦੇ ਉੱਤੇ ਰੋਲਾ ਇਸ ਤਰ੍ਹਾਂ ਪਾ ਦਿੱਤਾ ਗਿਆ ਕਿ ਸ਼੍ਰੋਮਣੀ ਕਮੇਟੀ ਨੇ ਵੀ ਉਹ ਕਿਤਾਬਾਂ ਚੁੱਕ ਕੇ ਠੰਡੇ ਬਸਤੇ ਵਿੱਚ ਪਾ ਦਿੱਤੀਆਂ। ਸਾਡੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਜੀ ਲਾਈਨ ਦੇ ਉੱਤੇ ਹਨ ਔਰ ਉਹਨਾਂ ਨੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਹੈ। ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹਾਂ। ਸਿਰਫ ਇੱਕ ਅੱਧੇ ਮਿੰਟ ਦੇ ਲਈ ਉਹਨਾਂ ਦੇ ਨਾਲ ਗੱਲ ਕਰਾਂਗੇ। ਪ੍ਰਧਾਨ ਸਾਹਿਬ, ਅਖੀਰ 'ਚ ਕਿੱਦਾਂ ਜਾਪਦਾ ਹੈ, ਕਿਉਂਕਿ ਜਿਹੜੇ ਕੋਈ ਵੀ ਇਤਿਹਾਸ ਲਿਖਦਾ ਹੈ, ਭਾਵੇਂ ਕੋਈ ਵੀ ਇਤਿਹਾਸਕਾਰ ਹੈ, ਉਹ ਗੁਰਬਿਲਾਸ ਦੇ ਹਵਾਲੇ ਦਿੰਦਾ ਹੈ, ਜਨਮ ਸਾਖੀਆਂ ਦੇ ਦਿੰਦਾ ਹੈ, ਰਹਿਤਨਾਮਿਆਂ ਦੇ ਦਿੰਦਾ ਹੈ, ਸੂਰਜ ਪ੍ਰਕਾਸ਼ ਦੇ ਦਿੰਦਾ ਹੈ ਔਰ ਇਸ ਕਨਿੰਗਮ ਦੀ ਕਿਤਾਬ ਦੇ ਦਿੰਦਾ ਹੈ। ਪਰ ਕੀ ਕਾਰਨ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਨਿਰਣਾਇਕ ਤੌਰ ਤੇ ਸਟੈਂਡ ਕਿਉਂ ਨਹੀਂ ਲੈਂਦੀ? ਜਦੋਂ ਸਾਹ ਮਨਜੀਤ ਸਿੰਘ ਕਲਕੱਤਾ ਵੀ ਜਦੋਂ ਸਕੱਤਰ ਸਨ ਤਾਂ ਰੋਲਾ ਪਿਆ, ਤਾਂ ਪਹਿਲਾਂ ਉਹਨਾਂ ਨੇ ਕਹਿ ਦਿੱਤਾ ਸੀ ਗੁਰਬਿਲਾਸ ਵੀ ਰੋਕ ਰਹੇ ਹਾਂ, ਫਿਰ ਬਾਅਦ ਵਿੱਚ ਥੋੜੀ ਦੇਰੀ ਦੇ ਬਾਅਦ ਕਿਹਾ ਨਹੀਂ ਅਸੀਂ ਕੋਈ ਪਾਬੰਦੀ ਨਹੀਂ ਲਗਾਈ ਔਰ ਉਹ ਮੁੜ ਵਾਪਸ ਜਿਹੜੀ ਹੈ ਸਰਕੂਲੇਟ ਕਰ ਦਿੱਤੀ ਗਈ। ਸੋ ਕੀ ਇਸ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਤੁਸੀਂ ਸਟੈਂਡ ਸੋਚਦੇ ਹੋ ਕਿ ਇਹਦੇ ਨਾਲ ਬਕਾਇਦਾ ਫੁੱਟਨੋਟ ਦੇ ਕੇ ਔਰ ਜਿਨ੍ਹਾਂ ਨੇ ਇਸ ਨੂੰ ਵਰਤਿਆ ਉਹਨਾਂ ਦੇ ਹਵਾਲੇ ਦੇ ਕੇ ਮੁੜ ਇਹ ਕਿਤਾਬ ਉਪਲਬਧ ਹੋਏਗੀ ਤਾਂ ਕਿ ਜਿਸ ਮਕਸਦ ਲਈ ਇਹ ਜਾਰੀ ਕੀਤੀ ਗਈ ਸੀ ਉਹ ਮਕਸਦ ਪੂਰਾ ਹੋ ਸਕੇ? ਅਸੀਂ ਵੀ ਕਿਉਂਕਿ ਆਫਟਰ ਜਿਹੜਾ ਵੀ ਇਤਿਹਾਸ ਕੋਈ ਲਿਖਦਾ ਹੈ ਜੀ, ਉਹਦਾ ਕੋਈ ਨਾ ਕੋਈ ਸਰੋਤੇ ਹੁੰਦਾ ਹੀ ਹੈ। ਮੈਂ ਪ੍ਰਧਾਨ ਸਾਹਿਬ ਉੱਤੋਂ ਅਸਮਾਨ ਦੇ ਵਿੱਚੋਂ ਉਹਨਾਂ ਦੇ ਵਿੱਚੋਂ ਦਿਮਾਗ ਦੇ ਵਿੱਚ ਆ ਕੇ ਕੋਈ ਚੀਜ਼ ਪ੍ਰਗਟ ਹੁੰਦੀ ਹੈ ਜੋ ਲਿਖ ਦਿੰਦੇ ਆ। ਆਫਟਰ ਆਲ ਕੋਈ ਉਹਨਾਂ ਨੇ ਪੜ੍ਹਿਆ ਹੁੰਦਾ ਸਰੋਤ, ਕੋਈ ਕਿਸੇ ਇਤਿਹਾਸਕਾਰ ਦੀ ਕਿਤਾਬ ਪੜ੍ਹੀ ਹੁੰਦੀ ਹੈ, ਕੋਈ ਵਰਸ਼ਨ ਪੜ੍ਹੀ ਹੁੰਦੀ ਹੈ, ਕੋਈ ਲਿਖਤ ਪੜ੍ਹੀ ਹੁੰਦੀ ਹੈ, ਕੋਈ ਇਤਿਹਾਸ ਦੀ ਸਰੋਤ ਰਿਸਰਚ ਕੀਤੀ ਹੁੰਦੀ ਹੈ। ਸਰੋਤ ਤਾਂ ਜਿਹੜੇ ਨੇ ਉਹ ਇੱਕ ਸਾਧਨ ਨੇ ਇਤਿਹਾਸ ਨੂੰ ਬਣਾਉਂਦੇ। ਉਹ ਸਰੋਤ ਨੂੰ ਕਿੰਨਾ ਠੀਕ ਮੰਨ ਕੇ, ਕਿੰਨਾ ਸਹੀ ਮੰਨ ਕੇ ਆਪਣੇ ਇਤਿਹਾਸ ਦੀ ਆਪਣੇ ਵਰਸ਼ਨ ਮੁਤਾਬਕ ਉਹ ਦੇ ਸਕਦੇ ਨੇ, ਇਹ ਉਹਨਾਂ ਨੇ ਦੇਖਣਾ ਹੁੰਦਾ। ਨਹੀਂ, ਪਰ ਜਿਹੜਾ ਸਾਡਾ ਸਰੋਤ ਨਹੀਂ, ਜਿਹੜੀਆਂ ਸਰੋਤ ਪੁਸਤਕਾਂ ਹੈਗੀਆਂ, ਅਗਰ ਜੇ ਇਹ ਗੁਰਬਿਲਾਸ ਖਤਮ ਕੀਤੀ ਜਾਂਦੀ ਹੈ, ਅਗਰ ਜੇ ਇਹ ਕਨਿੰਗਮ ਦੀ ਕਿਤਾਬ ਖਤਮ ਕੀਤੀ ਜਾਂਦੀ ਹੈ, ਫਿਰ ਤਾਂ ਲਾਇਬ੍ਰੇਰੀ ਵਿੱਚ ਰੈਫਰੈਂਸ ਲਾਇਬ੍ਰੇਰੀ 'ਚ ਪਈ ਕੋਈ ਵੀ ਕਿਤਾਬ ਬਾਕੀ ਨਹੀਂ ਬਚ ਸਕਦੀ। ਸੋ ਮੇਰੇ ਕਹਿਣ ਦਾ ਸਿਰਫ ਇੰਨਾ ਸੀ ਕਿ ਇਹ ਸਰੋਤ ਪੁਸਤਕਾਂ ਨੂੰ ਪ੍ਰਚਾਰਨ ਪ੍ਰਸਾਰਣ ਦਾ ਕੰਮ ਜਾਰੀ ਰੱਖੇਗੀ, ਕਿਉਂਕਿ ਸਿੱਖ ਇਤਿਹਾਸ ਰਿਸਰਚ ਬੋਰਡ ਦਾ ਮਕਸਦ ਹੀ ਇਹੀ ਸੀ। ਦੇਖੋ, ਮੈਂ ਬੜੀ ਕਲੀਅਰ ਗੱਲ ਕੀਤੀ ਹੈ ਜੀ। ਇਹ ਜਿਹੜਾ ਇਤਿਹਾਸ ਜਿਸ ਲਿਖਾਰੀ ਨੇ ਲਿਖਿਆ ਜੀ, ਉਹਨੂੰ ਕਿਸੇ ਨੂੰ ਵੀ ਕੋਈ ਖਤਮ ਕਰਨ ਦਾ ਅਧਿਕਾਰ ਨਹੀਂ ਹੈਗਾ। ਬਿਲਕੁਲ ਬਿਲਕੁਲ ਬਿਲਕੁਲ। ਔਰ ਖਾਸ ਕਰਕੇ ਉਹਨੂੰ ਸਰੋਤ ਮੰਨ ਕੇ, ਹਾਂਜੀ, ਉਹਨੂੰ ਸਰੋਤ ਮੰਨ ਕੇ ਜਿਸ ਇਤਿਹਾਸਕਾਰ ਨੇ ਨਵਾਂ ਇਤਿਹਾਸ ਲਿਖਣਾ ਹੈ, ਹਾਂਜੀ, ਉਹਨੇ ਵੇਖਣਾ ਕਿ ਮੈਂ ਸਰੋਤ ਕਿਹਨੂੰ ਮੰਨ ਰਿਹਾ। ਠੀਕ ਹੈ, ਠੀਕ ਹੈ। ਜੇ ਉਹਨੂੰ ਕਨਿੰਗਮ ਦੀ ਕਿਤਾਬ ਨਹੀਂ ਪੜ੍ਹੇਗਾ ਜਾਂ ਗੁਰਬਿਲਾਸ ਨਹੀਂ ਪੜ੍ਹੇਗਾ ਜਾਂ ਜਿਹੜੇ ਇਤਿਹਾਸ ਦੇ ਵੱਡੇ ਵੱਡੇ ਸਰੋਤ ਨੇ ਉਹਨਾਂ ਨੂੰ ਨਹੀਂ ਪੜ੍ਹੇਗਾ ਤਾਂ ਇਤਿਹਾਸ ਨੂੰ ਅੱਗੇ ਕਿਵੇਂ ਤੋਰੇਗਾ? ਠੀਕ ਹੈ, ਬਿਲਕੁਲ ਠੀਕ ਹੈ। ਉਹ ਸਰੋਤ ਦੇ ਵਿੱਚੋਂ ਵੇਖਣਾ ਵੀ ਮੈਨੂੰ ਗੱਲ ਕਿਹੜੀ ਹੈ, ਮੈਂ ਇਸ ਗੱਲ ਨੂੰ ਚੰਗੀ ਤਰ੍ਹਾਂ ਕਿਵੇਂ ਲਿਖ ਸਕਦਾ, ਆਪਣੀ ਸੋਚ ਮੁਤਾਬਕ, ਆਪਣੀਆਂ ਸਿੱਖਾਂ ਦੀਆਂ ਭਾਵਨਾ ਮੁਤਾਬਕ ਇਹ ਕਿਵੇਂ ਇੱਕ ਸਹੀ ਇਤਿਹਾਸ ਜਿਹੜਾ ਉਹ ਪ੍ਰੈਜ਼ੈਂਟ ਕਰ ਸਕਦਾ। ਜੀ, ਅਖੀਰ ਦੇ ਵਿੱਚ ਜੀ 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 ਅਖੀਰ ਦੇ ਵਿੱਚ ਪ੍ਰਧਾਨ ਸਾਹਿਬ ਜਿਹੜੀ ਜੀ ਬੇਨਤੀ ਹੈ ਕਿ ਇਹ ਜਿਹੜੀ ਕਿਤਾਬ ਸੀ ਕਨਿੰਗਮ ਦੀ, ਇਸ ਨੇ ਅਰਬੀ, ਫਾਰਸੀ,
ਔਰ ਪੰਜਾਬੀ ਦੇ 200 ਤੋਂ ਵੱਧ ਪੁਸਤਕਾਂ ਉਸਨੇ ਹਵਾਲੇ ਦਿੱਤੇ। ਉਹਦੇ ਵਿੱਚ ਲਿਸਟ ਵੀ ਹੈ ਜਿਨ੍ਹਾਂ ਦੇ ਆਧਾਰਿਤ ਉਸਨੇ ਕਰਕੇ ਉਹ ਸਾਰਾ, ਔਰ ਜਿਹੜੀ ਉਹਦੀ ਆਪਣੀ ਡਾਇਰੀ, ਔਰ 8 ਸਾਲ ਪੰਜਾਬ ਦੇ ਵਿੱਚ ਉਸਨੇ ਨੌਕਰੀ ਕੀਤੀ, ਔਰ ਉਹ ਇੱਕ ਵਡਮੁੱਲਾ ਸਰੋਤ ਹੋ ਕੇ ਜਿਹੜਾ ਛਾਪਿਆ ਕੀਤਾ। ਔਰ ਤਰਜਮੇ ਦੇ ਵਿੱਚ ਤਾਂ ਕੋਈ ਆਪਣੀ ਤਰਫੋਂ ਕੋਈ ਲਫ਼ਜ਼ ਬਦਲ ਨਹੀਂ ਸਕਦਾ। ਤਰਜਮਾ, ਟਰਾਂਸਲੇਸ਼ਨ ਮੀਨਸ ਉਹ ਜੋ ਹੈਗਾ ਉਹੀ ਹੋਏਗਾ। ਪਰ ਅਖੀਰ ਦੇ ਵਿੱਚ ਇੱਕ ਛੋਟਾ ਜਿਹਾ ਔਰ ਸਿੱਧਾ ਸਵਾਲ ਹੈ। ਇਹ ਕਿਹਾ ਜਾ ਰਿਹਾ ਹੈ ਕਿ ਸਰਦਾਰ ਅਵਤਾਰ ਸਿੰਘ ਨੇ ਇਹ ਕਿਤਾਬ ਛਾਪ ਕੇ ਵੰਡ ਕੇ ਇੱਕ ਬਹੁਤ ਵੱਡਾ ਗੁਨਾਹ ਕੀਤਾ ਹੈ। ਤੁਹਾਡਾ ਇਹਦੇ ਤੇ ਕੀ ਜਵਾਬ ਹੈ? ਦੇਖੋ, ਮੈਂ ਤਾਂ ਜਿਹੜੀ ਗੱਲ ਕਹੀ ਹੈ, ਨਾ ਮੈਂ ਛਾਪੀ ਹੈ। ਨਹੀਂ, ਸ਼੍ਰੋਮਣੀ ਕਮੇਟੀ ਮੈਂ ਉਹੀ ਕਹਿਣਾ, ਜੇ ਮੈਂ ਇੱਕੋ ਹੀ ਗੱਲ ਕਹਿਣਾ ਕਿ ਸ਼੍ਰੋਮਣੀ ਕਮੇਟੀ ਦਾ ਕਸੂਰ ਸਿਰਫ ਇੰਨਾ ਹੈ ਹਾਂਜੀ ਕਿ ਉਹਨਾਂ ਨੇ ਉਹ ਜਿਹੜੀ ਹਿੰਦੀ ਵਰਸ਼ਨ ਸੀ ਹਾਂਜੀ ਉਹਦੇ ਥੱਲੇ ਫੋਟੋ ਨੋਟ ਨਹੀਂ ਦਿੱਤਾ। ਹਾਂਜੀ 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 ਔਰ ਉਹਦਾ ਨਾਂ ਨਹੀਂ ਛਪਿਆ ਵੀ ਇਹ ਕਿਤਾਬ ਕਿਹਦੀ ਲਿਖੀ ਹੋਈ ਹੈ। ਹਾਂਜੀ ਹਾਂਜੀ ਔਰ ਅਣਜਾਣਪੁਣੇ ਦੇ ਵਿੱਚ ਹੋਈ ਇਸ ਗਲਤੀ ਨੂੰ ਜੀ ਜੀ ਇਹ ਲੋਕ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕਰਨ ਦੀ ਜਿਹੜੀ ਕੋਸ਼ਿਸ਼ ਕਰਦੇ ਆ, ਹੁਣ ਦਿੱਤਾ। ਸੋ ਤੁਹਾਡਾ ਮਤਲਬ ਤੁਸੀਂ ਇਸ ਇਲਜ਼ਾਮ ਨੂੰ ਰੱਦ ਕਰਦੇ ਹੋ ਪੂਰੀ ਤਰ੍ਹਾਂ ਰੱਦ ਹੀ ਨਹੀਂ ਕਰਦਾ। ਮੈਂ ਸਮਝਦਾ ਕਿ ਲੋਕ ਪੰਥ ਦੁਸ਼ਮਣ ਨੇ। ਠੀਕ ਸਿੱਖ ਦੁਸ਼ਮਣ ਨੇ। ਠੀਕ ਹੈ। ਗੁਰੂ ਗ੍ਰੰਥ ਸਾਹਿਬ ਗੁਰੂ ਪੰਥ ਦੇ ਦੁਸ਼ਮਣ ਨੇ। ਜਿਹੜੇ ਲੋਕ ਪੰਥ ਦੇ ਵਿੱਚ ਇਸ ਤਰ੍ਹਾਂ ਦੀਆਂ ਝੂਠੀਆਂ, ਬੇਬੁਨਿਆਦ, ਬੇਕਾਰ ਇਲਜ਼ਾਮ ਲਾ ਕੇ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੰਸਥਾ ਨੂੰ ਜਿਹੜਾ ਇਹ ਬਦਨਾਮ ਕਰਦੇ ਨੇ। ਅਕਾਲ ਤਖਤ ਸਾਹਿਬ ਦੇ ਖਿਲਾਫ ਬੇਬੁਨਿਆਦ ਗੱਲਾਂ ਲਿਖਦੇ ਨੇ। ਔਰ ਮੈਂ ਸਮਝਦਾ ਕਿ ਇਹਨਾਂ ਨੂੰ ਪੂਰੀ ਤਰ੍ਹਾਂ ਨਕਾਰਨਾ ਚਾਹੀਦਾ। ਸਿੱਖ ਪੰਥ ਨੂੰ ਮੇਰੀ ਇਹ ਅਪੀਲ ਹੈ। ਔਰ ਮੈਂ ਸਾਡੇ ਤੇ ਸ਼੍ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਦੇ ਵਿੱਚ ਪੂਰਾ ਵਿਸ਼ਵਾਸ ਰੱਖ ਕੇ ਜਿਹੜਾ ਉਹਨਾਂ ਨੂੰ ਸਿੱਖ ਪੰਥ ਨੂੰ ਇਕਜੁੱਟ ਹੋਣਾ ਚਾਹੀਦਾ। ਉਹਦਾ ਨਾ ਕਿਸੇ ਨੇ। ਪਿਆਰੇ ਦਰਸ਼ਕੋ, ਇਹ ਸਨ ਸਰਦਾਰ ਅਵਤਾਰ ਸਿੰਘ, ਜਿਨ੍ਹਾਂ ਨੇ ਪੂਰੇ ਵਿਸਥਾਰ ਨਾਲ ਜੋ ਵੀ ਉਹਨਾਂ ਦੇ ਉੱਤੇ ਇਲਜ਼ਾਮ ਉਹ ਸਾਰੇ ਉਹਨਾਂ ਤੱਕ ਸਿੱਧੇ ਲਫ਼ਜ਼ਾਂ ਵਿੱਚ ਦੱਸੇ, ਔਰ ਉਹਨਾਂ ਨੇ ਉਸ ਦੀ ਵਿਆਖਿਆ ਜਾਂ ਉਸ ਦਾ ਜਵਾਬ ਉਹਨਾਂ ਨੇ ਦਿੱਤਾ।